ਸਤਿ ਸ਼੍ਰੀ ਅਕਾਲ। ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਸੁੱਖੀ ਪੰਜਾਬੀ ਵਰਲਡ ਦੇ ਵਿੱਚ। ਆਪਾਂ ਤਿਆਰੀ ਕਰ ਰਹੇ ਹਾਂ ਮਾਸਟਰ ਕੇਡਰ ਦੀਆਂ ਪੋਸਟਾਂ ਵਾਸਤੇ, ਪੰਜਾਬ ਵਾਲੀਆਂ ਪੋਸਟਾਂ ਵਾਸਤੇ। ਤਾਂ ਪਿਛਲੇ 2 ਦਿਨ 3 ਦਿਨ ਮੈਥੋਂ ਵੀਡੀਓ ਨਹੀਂ ਪਾਏਗੀ ਕੁਛ ਕਾਰਨਾਂ ਕਰਕੇ। ਅੱਜ ਮੈਂ ਆਪਣੀ ਚੌਥੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅਤੇ ਆਪਾਂ ਅੱਜ ਉਹੀ 15 ਪ੍ਰਸ਼ਨਾਂ ਦੀ ਲੜੀ ਕਰਾਂਗੇ। ਇਹਦੇ ਵਿੱਚ ਆਪਾਂ 15 ਪ੍ਰਸ਼ਨਾਂ ਦੀ ਲੜੀ ਦੇ ਵਿੱਚ ਇਹ ਜਿਹੜੇ ਕਵੀ ਹੈ ਇਹਨਾਂ ਬਾਰੇ ਜਿਹੜੇ ਪ੍ਰਸ਼ਨ ਬਣਦੇ ਹੈ ਉਹ ਦੇਖਾਂਗੇ। ਕਵੀਆਂ ਦੇ ਨਾਂ ਹੈ ਧਨੀ ਰਾਮ ਚਾਤਰਿਕ ਅਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਪੰਜਾਬੀ ਮਾਸਟਰ ਕੇਡਰ ਦੇ ਸਿਲੇਬਸ ਦੇ ਵਿੱਚ ਇਹ ਦਿੱਤੇ ਹੋਏ ਹੈ। ਤਾਂ ਪਹਿਲਾ ਪ੍ਰਸ਼ਨ ਹੈ, ਧਨੀ ਰਾਮ ਚਾਤਰਿਕ ਦਾ ਜੀਵਨ ਕਾਲ ਦੱਸਣਾ ਹੈ। ਜੀਵਨ ਕਾਲ ਦੇ ਵਿੱਚ ਪਹਿਲੀ ਆਪਸ਼ਨ ਦਿੱਤੀ ਹੈ 1876 ਤੋਂ 1954। ਦੂਸਰੀ ਆਪਸ਼ਨ ਹੈ 1878 ਤੋਂ 1955। ਤੀਸਰੀ ਆਪਸ਼ਨ ਹੈ 1879 ਤੋਂ 1944। ਚੌਥੀ ਆਪਸ਼ਨ ਹੈ 1872 ਤੋਂ 1953। ਤਾਂ ਇਹ ਤੁਸੀਂ ਦੱਸਣਾ ਹੈ ਵੀ ਕਿਹੜਾ ਇਹਦਾ ਆਨਸਰ ਸਹੀ ਹੈ। ਇਹਦਾ ਜੋ ਸਹੀ ਆਨਸਰ ਹੈ ਉਹ 1876 ਤੋਂ 1954। ਪਹਿਲੀ ਆਪਸ਼ਨ ਜਿਹੜੀ ਇਹਦੀ ਸਹੀ ਹੈ। ਦੂਸਰਾ ਪ੍ਰਸ਼ਨ ਹੈ, ਧਨੀ ਰਾਮ ਚਾਤਰਿਕ ਜੀ ਨੇ ਕਿਹੜੇ ਕਿਹੜੇ ਕਿੱਸੇ ਲਿਖੇ। ਧਨੀ ਰਾਮ ਚਾਤਰਿਕ ਨੇ ਸ਼ੁਰੂ ਦੇ ਵਿੱਚ ਕਿੱਸੇ ਵੀ ਲਿਖੇ ਸੀ। ਉਹ ਕਿਹੜੇ ਕਿਹੜੇ ਕਿੱਸੇ ਲਿਖੇ ਸੀ? ਨਲ ਦਮਯੰਤੀ ਅਤੇ ਸ਼ਾਹ ਬਹਿਰਾਮ, ਭਗਤ ਪੂਰਨ ਸਿੰਘ ਅਤੇ ਭਰਤਰੀ ਹਰੀ, ਇੰਦਰ ਬੇਗੋ ਅਤੇ ਭਰਤਰੀ ਹਰੀ, ਨਲ ਦਮਯੰਤੀ ਅਤੇ ਭਰਤਰੀ ਹਰੀ। ਇਹ ਜੋ ਸਹੀ ਉੱਤਰ ਹੈ ਆਪਾਂ ਦੱਸਣਾ ਇਹਦਾ ਜੋ ਸਹੀ ਉੱਤਰ ਹੈ ਉਹ ਹੈ ਨਲ ਦਮਯੰਤੀ ਅਤੇ ਭਰਤਰੀ ਹਰੀ। ਚੌਥੀ ਆਪਸ਼ਨ ਸਹੀ ਹੈ। ਤੀਜਾ ਪ੍ਰਸ਼ਨ ਹੈ, ਧਨੀ ਰਾਮ ਚਾਤਰਿਕ ਜੀ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਹੈ? ਉਹਨਾਂ ਦਾ ਪਹਿਲੇ ਕਾਵਿ ਸੰਗ੍ਰਹਿ ਦਾ ਨਾਂ ਦੱਸਣਾ ਹੈ ਜਿਹੜੇ ਆਧੁਨਿਕ ਕਵਿਤਾ ਦੇ ਵਿੱਚ ਗਿਣੇ ਜਾਂਦੇ ਹੈ, ਕਿਸੇ ਪਰੰਪਰਾਗਤ ਕਵਿਤਾ ਦੇ ਵਿੱਚ ਗਿਣੇ ਜਾਂਦੇ ਹੈ। ਤਾਂ ਇਹਦੇ ਵਿੱਚ ਦੱਸਣਾ ਵੀ ਆਧੁਨਿਕ ਕਵਿਤਾ ਦੇ ਹਿਸਾਬ ਨਾਲ ਜਿਹੜਾ ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਉਹ ਕਿਹੜਾ ਹੈ ਮੇਰੇ ਸਾਈਆਂ ਜੀ? ਉਹ ਹੈ ਸਾਵੇ ਪੱਤਰ ਹੈ, ਚੰਦਨਵਾੜੀ ਹੈ, ਆਟੇ ਦੀਆਂ ਚਿੜੀਆਂ। ਤਾਂ ਇਹਦੀ ਜਿਹੜੀ ਤੀਸਰੀ ਆਪਸ਼ਨ ਹੈ ਚੰਦਨਵਾੜੀ ਉਹ ਸਹੀ ਹੈ। ਮੇਰੇ ਸਾਈਆਂ ਜੀ ਉਹ ਭਾਈ ਵੀਰ ਸਿੰਘ ਜੀ ਦਾ ਕਾਵਿ ਸੰਗ੍ਰਹਿ ਹੈ। ਜਿਹੜੇ ਸਾਵੇ ਪੱਤਰ ਹੈ ਉਹ ਪ੍ਰੋਫੈਸਰ ਮੋਹਨ ਸਿੰਘ ਦਾ, ਆਟੇ ਦੀਆਂ ਚਿੜੀਆਂ ਸ਼ਿਵ ਕੁਮਾਰ ਬਟਾਲਵੀ ਦਾ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਧਨੀ ਰਾਮ ਚਾਤਰਿਕ ਦਾ ਕਿਹੜਾ ਕਾਵਿ ਸੰਗ੍ਰਹਿ 1947 ਤੋਂ ਬਾਅਦ ਪ੍ਰਕਾਸ਼ਿਤ ਹੋਇਆ? ਤਾਂ ਇਹ ਦੱਸਣਾ ਵੀ ਆਪਾਂ 1947 ਤੋਂ ਬਾਅਦ ਕਿਹੜਾ ਪ੍ਰਕਾਸ਼ਿਤ ਹੋਇਆ। ਇਸ ਤਰ੍ਹਾਂ ਦੇ ਪ੍ਰਸ਼ਨ ਪੰਜਾਬੀ ਮਾਸਟਰ ਕੇਡਰ ਜਿਹੜੀਆਂ 2013 ਵਾਲੀਆਂ ਪੋਸਟਾਂ ਸੀ ਉਹਦੇ ਵਿੱਚ ਪੁੱਛੇ ਗਏ ਸੀ। ਤਾਂ ਇਹਦੇ ਵਿੱਚ ਆਪਾਂ ਦੱਸਣਾ ਵੀ ਕਿਹੜੀ ਜਿਹੜੀ ਰਚਨਾ ਸੀ ਉਹਨਾਂ ਦਾ ਕਾਵਿ ਸੰਗ੍ਰਹਿ ਸੀ ਉਹ 1947 ਤੋਂ ਬਾਅਦ ਛਪਿਆ। ਸੂਫੀਖਾਨਾ, ਨੂਰ ਜਹਾਂ ਅਤੇ ਨੂਰ ਜਹਾਂ ਬਾਦਸ਼ਾਹ ਬੇਗਮ ਉਰਦੂ ਵਿੱਚ, ਕੇਸਰ ਕਿਆਰੀ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਨਾਂ ਦਾ ਜਿਹੜਾ ਸਹੀ ਉੱਤਰ ਹੈ ਉਹ ਪਹਿਲਾ ਹੈ ਸੂਫੀਖਾਨਾ। ਉਹਨਾਂ ਦਾ ਜਿਹੜਾ ਕਾਵਿ ਸੰਗ੍ਰਹਿ ਹੈ ਉਹ 1947 ਤੋਂ ਬਾਅਦ ਛਪਿਆ। ਹਾਲਾਂਕਿ ਨੂਰ ਜਹਾਂ ਬਾਦਸ਼ਾਹ ਬੇਗਮ ਜਿਹੜੇ ਦੋ ਇਹ ਕਾਵਿ ਸੰਗ੍ਰਹਿ ਸੀ, ਨੂਰ ਜਹਾਂ ਅਤੇ ਬਾਦਸ਼ਾਹ ਬੇਗਮ, ਇਹ ਪੰਜਾਬੀ ਦੇ ਵਿੱਚ ਜਿਹੜੇ ਹੈਗੇ 1947 ਤੋਂ ਬਾਅਦ ਛਪੇ ਸੀ, ਪਰ ਉਰਦੂ ਦੇ ਵਿੱਚ ਜਿਹੜੇ ਇਹ 1947 ਤੋਂ ਪਹਿਲਾਂ ਛਪੇ ਸੀ। ਅਗਲਾ ਪ੍ਰਸ਼ਨ ਹੈ, ਪੰਜਾਬ ਦੀ ਪੇਂਡੂ ਸੱਭਿਅਤਾ ਨੂੰ ਧਨੀ ਰਾਮ ਚਾਤਰਿਕ ਦੀਆਂ ਕਿਹੜੀਆਂ ਕਵਿਤਾਵਾਂ ਪ੍ਰਗਟ ਕਰਦੀਆਂ ਹਨ? ਤਾਂ ਉਹ ਕਵਿਤਾਵਾਂ ਦੇ ਨਾਂ ਦੱਸਣੇ ਜਿਹੜੀਆਂ ਪੰਜਾਬ ਦੀ ਪੇਂਡੂ ਸੱਭਿਅਤਾ ਨੂੰ ਪ੍ਰਗਟ ਕਰਦੀਆਂ। ਕੀ ਰਾਧਾ ਸੰਦੇਸ਼ ਪ੍ਰਗਟ ਕਰਦੀ ਹੈ, ਜਾਂ ਮੇਲੇ ਵਿੱਚ ਜੱਟ ਅਤੇ ਵਿਸਾਖੀ ਕਵਿਤਾ ਪ੍ਰਗਟ ਕਰਦੀ ਹੈ, ਜਾਂ ਤ੍ਰੈਮਾਵਾਂ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਇਹਦਾ ਜੋ ਸਹੀ ਉੱਤਰ ਹੈ ਉਹ ਹੈ ਮੇਲੇ ਵਿੱਚ ਜੱਟ ਅਤੇ ਵਿਸਾਖੀ। ਨੈਕਸਟ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਵਿ ਸੰਗ੍ਰਹਿ ਧਨੀ ਰਾਮ ਚਾਤਰਿਕ ਦਾ ਨਹੀਂ ਹੈ? ਨਹੀਂ ਹੈ ਦੱਸਣਾ। ਨਵਾਂ ਜਹਾਨ, ਕੇਸਰ ਕਿਆਰੀ, ਸੂਫੀਖਾਨਾ, ਲਕਸ਼ਮੀ ਦੇਵੀ। ਤਾਂ ਇਹਦੇ ਵਿੱਚੋਂ ਜਿਹੜੇ 3 ਉਤਲੇ ਕਾਵਿ ਸੰਗ੍ਰਹਿ ਹੈ ਉਹ ਧਨੀ ਰਾਮ ਚਾਤਰਿਕ ਦੇ ਹੈ। ਕੇਵਲ ਜਿਹੜਾ ਲਕਸ਼ਮੀ ਦੇਵੀ ਹੈ ਇਹ ਮਹਾਕਾਵਿ ਹੈ ਜਿਹੜਾ ਕਿਰਪਾ ਸਾਗਰ ਦੁਆਰਾ ਲਿਖਿਆ ਗਿਆ ਸੀ, ਇਹ ਉਹਨਾਂ ਦਾ ਨਹੀਂ ਹੈ। 7ਵਾਂ ਪ੍ਰਸ਼ਨ ਹੈ, ਧਨੀ ਰਾਮ ਚਾਤਰਿਕ ਦੀ ਕਵਿਤਾ ਭਗਵਾਨ ਵਿੱਚ ਕਿਸ ਦਾ ਜ਼ਿਕਰ ਹੈ? ਤਾਂ ਇਹਦਾ ਵਿਸ਼ਾ ਦੱਸਣਾ ਵੀ ਇਸ ਕਵਿਤਾ ਦਾ ਕੀ ਵਿਸ਼ਾ ਹੈ, ਕਿਉਂਕਿ ਇਹ ਕਾਫੀ ਚਰਚਿਤ ਉਹਨਾਂ ਦੀ ਕਵਿਤਾ ਰਹੀ ਹੈ। ਕਾਹਦੇ ਨਾਲ ਸੰਬੰਧਿਤ ਹੈ ਇਹ ਕਵਿਤਾ? ਕੀ ਇਹ ਦੇਸ਼ ਵੰਡ ਨਾਲ ਸੰਬੰਧਿਤ ਹੈ, ਜਾਂ ਭਗਵਾਨ ਦੀ ਆਰਾਧਨਾ ਨਾਲ ਸੰਬੰਧਿਤ ਹੈ, ਦਇਆ ਨਾਲ ਸੰਬੰਧਿਤ ਹੈ, ਜਾਂ ਇਹਨਾਂ ਵਿੱਚੋਂ ਕੋਈ ਵੀ ਵਿਸ਼ਾ ਇਹਦੇ ਵਿੱਚ ਨਹੀਂ ਹੈ? ਤਾਂ ਇਹ ਜਿਹੜੀ ਕਵਿਤਾ ਹੈ ਭਗਵਾਨ ਦੇਸ਼ ਵੰਡ ਨਾਲ ਸੰਬੰਧਿਤ ਹੈ। ਦੇਸ਼ ਵੰਡ ਦੇ ਦੁਖਾਂਤ ਨਾਲ ਵੀ ਆ ਸਕਦਾ ਹੈ, ਦੇਸ਼ ਵੰਡ ਦੇ ਖੂਨੀ ਸਾਕੇ ਨਾਲ ਵੀ ਆ ਸਕਦਾ ਹੈ। ਅਗਲਾ ਜਿਹੜਾ ਕੁਛ ਕਵਿਤਾ ਦੀਆਂ ਸਤਰਾਂ ਦਿੱਤੀਆਂ ਗਈਆਂ ਉਹ ਦੱਸਣਾ ਤੁਸੀਂ ਵੀ ਉਹ ਕਿਹੜੀ ਕਵਿਤਾ ਦੇ ਵਿੱਚੋਂ ਹੈ। ਕੋਈ ਚਾਚੇ ਦਾ ਜਵਾਈ, ਕੋਈ ਮਾਮੇ ਦਾ ਜਵਾਈ, ਕੋਈ ਸਾਢੂ, ਕੋਈ ਸਾਲਾ, ਕੋਈ ਸਾਲੇ ਦਾ ਵੀ ਸਾਲਾ।
ਕਾਵ ਸਤਰਾਂ ਕਿਸ ਕਵਿਤਾ ਦੇ ਵਿੱਚੋਂ ਹਨ? ਰਾਧਾ ਸੰਦੇਸ਼ ਚੋਂ ਹੈ, ਮੇਲੇ ਵਿੱਚ ਜੱਟ ਤੇ ਵਿਸਾਖੀ ਵਿੱਚੋਂ ਹੈ, ਕਿੱਕਲੀ ਕਲੀਰ ਦੀ ਚੋਂ ਹੈ ਜਾਂ ਭਗਵਾਨ ਕਵਿਤਾ ਦੇ ਵਿੱਚੋਂ ਹੈ? ਤਾਂ ਇਹ ਜਿਹੜੀਆਂ ਸਤਰਾਂ ਹੈ ਉਹ ਕਿੱਕਲੀ ਕਲੀਰ ਦੀ ਵਿੱਚੋਂ ਹੈ। ਕਿੱਕਲੀ ਕਲੀਰ ਦੀ ਕਵਿਤਾ ਦੇ ਵਿੱਚ ਧਨੀ ਰਾਮ ਚਾਤਰਿਕ ਨੇ ਸਾਡੇ ਸਮਾਜ ਦੇ ਵਿੱਚ ਜੋ ਫੈਲਿਆ ਹੋਇਆ ਭ੍ਰਿਸ਼ਟਾਚਾਰ ਹੈ, ਖਾਸ ਤੌਰ 'ਤੇ ਰਾਜਨੀਤਿਕ ਤੌਰ 'ਤੇ ਜਿਹੜਾ ਭ੍ਰਿਸ਼ਟਾਚਾਰ ਹੈ ਉਸ ਦੀ ਗੱਲ ਕੀਤੀ ਹੈ ਕਿੱਕਲੀ ਕਲੀਰ ਦੀ ਵਿੱਚ, ਕਿ ਉਹ ਆਪਣੇ ਹੀ ਰਿਸ਼ਤੇਦਾਰਾਂ ਨੂੰ ਕੋਈ ਨਾ ਕੋਈ ਜਿਹੜਾ ਫਾਇਦਾ ਹੈ ਉਹ ਦਿੰਦੇ ਆ। ਅਗਲਾ ਜਿਹੜਾ ਪ੍ਰਸ਼ਨ ਹੈ, ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਕਿਸ ਕਵੀ ਨੇ ਛੰਦ ਮੁਕਤ ਕਵਿਤਾ ਲਿਖਣ ਵਿੱਚ ਸਫਲਤਾ ਪ੍ਰਾਪਤ ਕੀਤੀ? ਤਾਂ ਪਹਿਲੇ ਜਿਹੜੇ ਹੈਗੇ ਆ ਪ੍ਰੋਫੈਸਰ ਪੂਰਨ ਸਿੰਘ ਨੂੰ ਸੈਲਾਨੀ ਛੰਦ ਵਿੱਚ ਕਵਿਤਾ ਲਿਖਣ ਵਾਲਾ ਜਾਂ ਛੰਦ ਮੁਕਤ ਕਵਿਤਾ ਲਿਖਣ ਵਾਲਾ ਕਵੀ ਵੀ ਕਹਿੰਦੇ ਹੈ। ਅਤੇ ਇਸ ਤੋਂ ਬਾਅਦ ਕਿਹਨੇ ਲਿਖੀ ਇਹਦਾ ਆਪਾਂ ਦੱਸਣਾ ਵੀ ਕੌਣ ਸੀ ਉਹ? ਵਿਧਾਤਾ ਸਿੰਘ ਤੀਰ ਸੀ, ਪ੍ਰੋਫੈਸਰ ਮੋਹਨ ਸਿੰਘ ਸੀ, ਡਾਕਟਰ ਮੋਹਨ ਸਿੰਘ ਦੀਵਾਨਾ ਸੀ ਜਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਸੀ? ਤਾਂ ਇਹਦਾ ਜੋ ਸਹੀ ਉੱਤਰ ਹੈ ਉਹ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਚੌਥਾ ਜਿਹੜਾ ਆਨਸਰ ਹੈ ਇਹਦਾ ਉਹ ਸਹੀ ਹੈ। ਅਗਲਾ ਪ੍ਰਸ਼ਨ ਹੈ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਕਾਵਿ ਸੰਗ੍ਰਹਿ ਦਾ ਕੀ ਨਾਂ ਹੈ? ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜਿਹੜਾ ਉਹਨਾਂ ਦਾ ਕਾਵਿ ਸੰਗ੍ਰਹਿ ਦਾ ਨਾਂ ਦੱਸਣਾ ਹੈ। ਦੇਸ਼ ਭਗਤ, ਰਾਧਨਾ, ਵਗਦੇ ਪਾਣੀ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਉਹਨਾਂ ਦਾ ਜਿਹੜਾ ਕਾਵਿ ਸੰਗ੍ਰਹਿ ਹੈ ਉਹ ਵਗਦੇ ਪਾਣੀ ਹੈ। ਅਗਲਾ ਪ੍ਰਸ਼ਨ ਹੈ, ਡਾਕਟਰ ਦੀਵਾਨ ਸਿੰਘ ਦੀ ਰਚਨਾ ਅੰਤਮ ਲਹਿਰਾਂ ਕਿਸ ਨੇ ਪ੍ਰਕਾਸ਼ਿਤ ਕੀਤਾ? ਇਹ ਜਿਹੜੀ ਰਚਨਾ ਸੀ ਕਿ ਇਹਨੂੰ ਕਿਸ ਨੇ ਪ੍ਰਕਾਸ਼ਿਤ ਕੀਤਾ ਇਹ ਦੱਸਣਾ ਹੈ। ਉਹਨਾਂ ਦੇ ਸਪੁੱਤਰ ਨੇ, ਉਹਨਾਂ ਦੀ ਪਤਨੀ ਨੇ, ਉਹਨਾਂ ਦੇ ਪੋਤੇ ਨੇ ਜਾਂ ਡਾਕਟਰ ਬਲਵੀਰ ਸਿੰਘ ਨੇ? ਤਾਂ ਇਹ ਜਿਹੜੀ ਅੰਤਮ ਲਹਿਰਾਂ ਕਾਵਿ ਸੰਗ੍ਰਹਿ ਹੈ ਇਹ ਉਹਨਾਂ ਦੇ ਸਪੁੱਤਰ ਨੇ ਪ੍ਰਕਾਸ਼ਿਤ ਕਰਵਾਇਆ ਸੀ ਉਹਨਾਂ ਦੀ ਮ੍ਰਿਤੂ ਤੋਂ ਬਾਅਦ। ਉਹਨਾਂ ਦੀ ਬਹੁਤ ਸਾਰੀ ਰਚਨਾ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਦੋਂ ਜਾਪਾਨੀਆਂ ਨੇ ਹਮਲਾ ਕਰਤਾ ਸੀ ਤਾਂ ਉਹਦੇ ਵਿੱਚ ਉਹ ਖਰਾਬ ਹੋ ਗਈ, ਉਹ ਰਚਨਾ ਸਾਡੇ ਤੱਕ ਨਹੀਂ ਪੁੱਜ ਸਕੀ। ਇਸ ਕਰਕੇ ਮੂਲ ਰੂਪ ਦੇ ਵਿੱਚ ਉਹਨਾਂ ਦੇ ਹੁੰਦੇ ਵਗਦੇ ਪਾਣੀ ਕਾਵਿ ਸੰਗ੍ਰਹਿ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਮ ਲਹਿਰਾਂ ਉਹਨਾਂ ਦੇ ਸਪੁੱਤਰ ਨੇ ਪ੍ਰਕਾਸ਼ਿਤ ਕੀਤਾ ਉਹਨਾਂ ਦੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ। ਅਗਲਾ ਪ੍ਰਸ਼ਨ ਹੈ, ਜੀਵਨ ਦਾ ਕਟਰਾ ਭਰਿਆ ਸੀ ਨਕਾ ਨੱਕ ਕੰਢਿਆਂ ਤੀਕ ਡੁੱਲਣ ਡੁੱਲਣ ਪਿਆ ਕਰਦਾ ਕਾਵਿ ਸਤਰਾਂ ਕਿਸ ਕਵਿਤਾ ਦੀਆਂ ਹਨ? ਇਹ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਹੈ ਅਤੇ ਦੱਸਣਾ ਵੀ ਇਹ ਕਿਹੜੀ ਕਵਿਤਾ ਹੈ। ਕੋਹਲੂ ਵਾਲੇ ਕੋਹਲੂ ਜਣਿਆ ਵਗਦੇ ਦਰਿਆ। ਤਾਂ ਇਹ ਜਿਹੜੀ ਕੋਹਲੂ ਕਵਿਤਾ ਦੇ ਵਿੱਚੋਂ ਲਈਆਂ ਗਈਆਂ ਸਤਰਾਂ ਹੈ। ਅਗਲਾ ਹੈਗਾ, ਕਵੀ ਦਰਬਾਰਾਂ ਦਾ ਬਾਦਸ਼ਾਹ ਕਵੀ ਕੌਣ ਹੈ? ਪ੍ਰੋਫੈਸਰ ਪੂਰਨ ਸਿੰਘ ਹੈ, ਭਾਈ ਵੀਰ ਸਿੰਘ ਹੈ, ਡਾਕਟਰ ਦੀਵਾਨ ਸਿੰਘ ਹੈ, ਧਨੀ ਰਾਮ ਚਾਤਰਿਕ ਹੈ? ਤਾਂ ਇਹਦਾ ਜੋ ਸਹੀ ਉੱਤਰ ਹੈ ਉਹ ਹੈ ਧਨੀ ਰਾਮ ਚਾਤਰਿਕ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਪੰਜਾਬੀ ਸੱਭਿਆਚਾਰ ਦਾ ਉਪਾਸ਼ਕ ਕਵੀ, ਧਰਤੀ ਦਾ ਕਵੀ ਹੋਣ ਦਾ ਮਾਣ ਕਿਸ ਨੂੰ ਪ੍ਰਾਪਤ ਹੈ? ਮਤਲਬ ਕਿਸੇ ਰੂਪ 'ਚ ਵੀ ਪ੍ਰਸ਼ਨ ਆ ਸਕਦਾ ਇਹ। ਪੰਜਾਬੀ ਸੱਭਿਆਚਾਰ ਦਾ ਉਪਾਸ਼ਕ ਕਵੀ ਵੀ ਆ ਸਕਦਾ, ਧਰਤੀ ਦਾ ਕਵੀ ਵੀ ਆ ਸਕਦਾ। ਇਹ ਮਾਣ ਕਿਸ ਨੂੰ ਪ੍ਰਾਪਤ ਹੈ? ਪ੍ਰੋਫੈਸਰ ਮੋਹਨ ਸਿੰਘ ਨੂੰ, ਭਾਈ ਵੀਰ ਸਿੰਘ ਨੂੰ, ਧਨੀ ਰਾਮ ਚਾਤਰਿਕ ਨੂੰ, ਸ਼ਿਵ ਕੁਮਾਰ ਬਟਾਲਵੀ ਨੂੰ? ਤਾਂ ਇਹ ਜਿਹੜਾ ਮਾਣ ਪ੍ਰਾਪਤ ਹੈ ਉਹ ਧਨੀ ਰਾਮ ਚਾਤਰਿਕ ਨੂੰ ਹੈ। ਨੈਕਸਟ ਪ੍ਰਸ਼ਨ ਹੈ, ਧਨੀ ਰਾਮ ਚਾਤਰਿਕ ਦੀ ਕਵਿਤਾ ਵਿੱਚ ਕਿਸ ਅੰਸ਼ ਦੀ ਭਰਮਾਰ ਹੈ? ਇਹ ਦੱਸਣਾ ਵੀ ਕਿਹੜੇ ਅੰਸ਼ ਦੀ ਭਰਮਾਰ ਹੈ? ਰਹੱਸਵਾਦੀ ਅੰਸ਼ ਦੀ, ਆਸ਼ਾਵਾਦੀ ਅੰਸ਼ ਦੀ, ਜਾਂ ਉਪਰੋਕਤ ਦੋਨਾਂ ਅੰਸ਼ਾਂ ਦੀ, ਜਾਂ ਪਰੰਪਰਾਗਤ ਅਤੇ ਨਿਰਾਸ਼ਾਵਾਦੀ ਅੰਸ਼ਾਂ ਦੀ? ਤਾਂ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਉਪਰੋਕਤ ਦੋਨਾਂ ਅੰਸ਼ਾਂ ਦੀ, ਯਾਨੀ ਉਹਨਾਂ ਦੀ ਕਵਿਤਾ ਦੇ ਵਿੱਚ ਰਹੱਸਵਾਦੀ ਅੰਸ਼ ਵੀ ਮਿਲਦੇ ਹੈ ਅਤੇ ਆਸ਼ਾਵਾਦੀ ਅੰਸ਼ ਵੀ ਮਿਲਦੇ ਹੈ। ਤਾਂ ਇਹ ਆਪਣੇ 15 ਪ੍ਰਸ਼ਨਾਂ ਦੀ ਲੜੀ ਕੰਪਲੀਟ ਕੀਤੀ ਹੈ। ਕੱਲ੍ਹ ਨੂੰ ਜਿਹੜੇ ਅਗਲੇ ਕਵੀ ਹੋਣਗੇ ਸਿਲੇਬਸ ਦੇ ਅਨੁਸਾਰ ਉਹਨਾਂ ਦੇ ਵਿੱਚ ਉਹਨਾਂ ਦੇ ਪ੍ਰਸ਼ਨ ਆਪਾਂ ਬਹੁ ਵਿਕਲਪੀ ਪਾਵਾਂਗੇ ਅਤੇ ਇਸ ਤਰ੍ਹਾਂ ਹੀ ਅਭਿਆਸ ਜਿਹੜਾ ਕਰਦੇ ਰਹਾਂਗੇ। ਅਤੇ ਤੁਸੀਂ ਮੇਰਾ ਚੈਨਲ ਹੈ ਜੋ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ, ਇਹਨੂੰ ਸਬਸਕ੍ਰਾਈਬ ਵੀ ਕਰਿਓ ਅਤੇ ਨਾਲ ਹੀ ਜੋ ਤੁਹਾਡੇ ਕੋਈ ਸੁਝਾਅ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤਾਂ ਕਿ ਆਪਾਂ ਹੋਰ ਇਸ ਨੂੰ ਬਿਹਤਰ ਤਰੀਕੇ ਨਾਲ ਕਰ ਸਕੀਏ ਅਤੇ ਚੰਗੀ ਤਰ੍ਹਾਂ ਆਪਣੀ ਜਿਹੜੀ ਤਿਆਰੀ ਹੋ ਸਕੇ। ਧੰਨਵਾਦ।